यानी कि ਕੀ ਇਹ ਤਰੀਕਾ ਵੀ ਹੈ ਸਸ਼ਕਤੀਕਰਨ ਦਾ? ਇਹ ਇੰਪੋਰਟੈਂਟ ਗੱਲ, ਇਹ ਸਭ ਤੋਂ ਜ਼ਰੂਰੀ ਸਵਾਲ ਹੈ। ਕੁਦਰਤ ਦੀ ਬਣਾਈ ਹੋਈ ਉਸ ਕ੍ਰੀਏਚਰ ਨੂੰ ਜਿਹੜੀ ਦੁਨੀਆ ਦਾ 50% ਦੇ ਕਰੀਬ ਆ, ਉਹਨੂੰ ਅਸੀਂ ਉਹਦੀ ਐਬਿਲਿਟੀ ਦੇ ਬੇਸਿਸ ਤੇ ਰਿਜ਼ਰਵੇਸ਼ਨ ਦੇਣ ਵਾਲੇ ਕੌਣ ਹੈ? ਇੰਜ ਤਾਂ ਨਹੀਂ ਹੋਏਗਾ ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਕਿ ਸਰਪੰਚ ਤਾਂ ਘਰ ਵਾਲੀ ਹੈ ਪਰ ਸਰਪੰਚ ਹੀ ਘਰ ਵਾਲਾ ਕਰਦਾ? ਇੰਜ ਨਹੀਂ ਹੋਏਗਾ, ਇੰਜ ਹੀ ਹੋਣਾ, ਕਿਉਂਕਿ ਜਿੱਦਾਂ ਜੀ ਰਿਜ਼ਰਵੇਸ਼ਨ ਉਹਨਾਂ ਨੂੰ ਦਿੱਤੀ ਗਈ ਹੈ ਜੇ 33% ਹੈ, ਇੱਦਾਂ ਸਾਡੀ ਲੋਕਲ ਬਾਡੀਜ਼ ਵਿੱਚ ਵੀ ਅੱਗੇ ਹੈਗੀ ਹੈ, ਜਿਹਨੂੰ ਅਸੀਂ ਪ੍ਰਧਾਨਪਤੀ, ਸਰਪੰਚਪਤੀ, ਇੱਦਾਂ ਇਹੋ ਜਿਹੇ ਲਫ਼ਜ਼ਾਂ ਨਾਲ ਗੱਲ ਕਰਦੇ ਹਾਂ। ਉਸੇ ਪਾਰਲੀਮੈਂਟ ਦੇ ਵਿੱਚ ਰਿਜ਼ਰਵੇਸ਼ਨ ਦਾ ਇਸ ਤਰੀਕੇ ਬੜੇ ਮਾਣ ਨਾਲ ਉਹਨਾਂ ਨੇ ਐਲਾਨ ਕੀਤਾ, ਜਿਸ ਪਾਰਲੀਮੈਂਟ ਦੇ ਵਿੱਚ ਮਣੀਪੁਰ ਦੇ ਮਸਲੇ ਉੱਤੇ ਉਹਨਾਂ ਨੇ ਚਰਚਾ ਵੀ ਨਹੀਂ ਹੋਣ ਦਿੱਤੀ। ਇਸ ਗੱਲ ਤੇ ਮੈਂ ਬੋਲਣਾ ਚਾਹੁੰਦਾ ਸੀ, ਬਹੁਤ ਤੁਸੀਂ ਸਹੀ ਕਿਹਾ। ਜੇ ਉਹ 15% ਨਹੀਂ ਬੋਲਣੀਆਂ ਤੇ ਫਿਰ 33% ਵੀ ਨਹੀਂ ਬੋਲਣਗੀਆਂ, ਡਿਪੈਂਡ ਕਰਦਾ ਕਿਹੜੀ ਔਰਤ ਉੱਥੇ ਜਾ ਰਹੀ ਹੈ। ਕਿ ਹੁਣ ਜੇ ਕੋਈ ਔਰਤ ਕਿਸੇ ਘਰੇ ਸਫਾਈ ਦਾ ਕੰਮ ਕਰਦੀ ਹੈ, ਉੱਥੋਂ ਵੀ ਆਪਾਂ ਉੱਤੇ ਆ ਜਾਈਏ, ਮੰਨ ਲਓ ਕੋਈ IT ਜੌਬ ਵੀ ਕਰਦੀ ਆ, ਕੋਈ ਸਰਕਾਰੀ ਨੌਕਰੀ ਵੀ ਕਰਦੀ, ਉਹਦੇ ਕੋਲ ਇੰਨਾ ਵੇਲ ਜਾਂ ਉਹਦੇ ਕੋਲ ਇੰਨੇ ਸੋਰਸਿਸ ਹੋਣਗੇ, ਜਾਂ ਪਹਿਲੀ ਗੱਲ ਉਹਦਾ ਮਨਸ਼ਾ ਵੀ ਹੋਊਗੀ ਕਿ ਮੈਂ ਇਹ ਕਰਾਂ। ਸਫਾਈ ਕਰਨ ਵਾਲੀ ਮਜ਼ਦੂਰ ਔਰਤ ਦੀ ਤਾਂ ਗੱਲ ਛੱਡੋ, ਮੈਂ ਕਹਿੰਦਾ ਜੇ ਕੋਈ ਪ੍ਰੋਫੈਸਰ, ਡਾਕਟਰ ਹੈ ਉਹ ਵੀ ਨਹੀਂ ਕਰ ਸਕਦੀ। IT ਸੈਕਟਰ ਵਾਲੀ ਵੀ ਨਹੀਂ ਕਰ ਸਕਦੀ, ਚਾਹੇ ਉਹ ਲੱਖ 2 ਲੱਖ ਰੁਪਈਆ ਮੰਥਲੀ ਕਮਾ ਵੀ ਪਾ ਰਹੀ ਹੈ, ਪਰ ਉਹ ਵੀ ਨਹੀਂ ਕਰ ਸਕਦੀ। ਤਾਂ ਕਈ ਹੁਣ ਨਵੇਂ ਜੋੜੇ ਹੋ ਗਏ, ਰਾਘਵ ਚੱਡਾ ਹੋਣਾ ਦੀ ਗੱਲ ਕਰ ਲਈਏ, ਵਿਆਹ ਨੂੰ ਲੈ ਕੇ ਬੜੀ ਸਾਰੀ ਕੰਟਰੋਵਰਸੀ ਹੋਈ, ਤਾਂ ਸਨੀ ਦਿਓਲ ਦੀ ਤਰਜ਼ ਤੇ ਕਿਤੇ ਉਹ ਵੀ ਆਉਣਗੇ ਸਿਆਸਤ ਦੇ ਵਿੱਚ, ਹੁਣ ਤਾਂ ਰਿਜ਼ਰਵੇਸ਼ਨ ਹੋ ਗਈ। ਹੁਣ ਰਾਘਵ ਚੱਡਾ ਆਪਣੇ ਆਪ ਨੂੰ ਆਮ ਆਦਮੀ ਨਹੀਂ ਕਹਿ ਸਕਦੇ, ਚਾਹੇ ਉਹ CA ਨੇ ਜਾਂ ਜਿੰਨੇ ਵੀ ਪੜ੍ਹੇ ਨੇ, ਹੁਣ ਉਹ ਆਮ ਆਦਮੀ ਆਪਣੇ ਆਪ ਨੂੰ ਨਹੀਂ ਕਹਿ ਸਕਦੇ। ਕਿ ਵੂਮਨ ਸਭ ਤੋਂ ਸਟਰੋਂਗੈਸਟ ਹੈ, ਬੰਦੇ ਤੋਂ ਤੇ ਕਿਤੇ ਜ਼ਿਆਦਾ ਸਟਰੋਂਗ ਹੈ। ਉਹ ਕ੍ਰੀਏਟਰ ਹੈ, ਪ੍ਰਜ਼ਰਵਰ ਹੈ, ਜਨਰੇਟਰ ਹੈ, ਔਰ ਡਿਸਟਰੋਇਰ ਵੀ ਬਣ ਜਾਂਦੀ ਹੈ ਜਦੋਂ ਉਹ ਰੂਪ ਧਾਰਨ ਕਰਦੀ ਹੈ। ਸਤਿ ਸ਼੍ਰੀ ਅਕਾਲ, ਬਰਾਊਜ਼ ਡੇਲੀ TV ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਰਾਖਵਾਂਕਰਨ ਰਿਜ਼ਰਵੇਸ਼ਨ ਲਗਾਤਾਰ ਚਰਚਾ ਦੇ ਵਿੱਚ ਰਹਿੰਦਾ ਹੈ। ਕਦੇ ਕਿਹਾ ਜਾਂਦਾ ਹੈ ਕਿ ਜਾਤ ਪਾਤ ਦੇ ਨਾਂ ਉੱਤੇ ਰਿਜ਼ਰਵੇਸ਼ਨ ਦਿੱਤੀ ਗਈ ਗਲਤ ਹੈ, ਸਹੀ ਹੈ। ਇਹ ਸਭ ਦੇ ਵਿਚਾਲੇ ਕਈ ਦਹਾਕਿਆਂ ਤੋਂ ਹੀ ਇੱਕ ਮੰਗ ਸੀ ਕਿ ਔਰਤਾਂ ਨੂੰ ਵੀ ਰਿਜ਼ਰਵੇਸ਼ਨ ਮਿਲੇ, ਉਹਨਾਂ ਨੂੰ ਵੀ ਰਾਖਵਾਂਕਰਨ ਮਿਲੇ ਵੋਟ ਪ੍ਰਣਾਲੀ ਦੇ ਵਿੱਚ, ਯਾਨੀ ਕਿ ਸਿਆਸੀ ਪ੍ਰਣਾਲੀ ਦੇ ਵਿੱਚ, ਜਿੱਥੇ ਇਲੈਕਸ਼ਨ ਹੁੰਦੇ ਨੇ, ਫਿਰ ਭਾਵੇਂ ਉਹ ਵਿਧਾਨ ਸਭਾ ਹੋਵੇ ਜਾਂ ਲੋਕ ਸਭਾ। ਤੇ ਹੁਣ ਭਾਜਪਾ ਸਰਕਾਰ ਨੇ ਕਥਿਤ ਤੌਰ ਤੇ ਕਰ ਦਿੱਤਾ ਹੈ। ਕਥਿਤ ਮੈਂ ਕਿਉਂ ਕਹਿ ਰਿਹਾ ਉਸ ਦੀ ਵੀ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਸਾਡੇ ਨਾਲ ਪੋਲੀਟੀਕਲ ਐਨਾਲਿਸਟ ਡਾਕਟਰ ਕੰਵਰ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਬਾਈ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਕਰਨ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ। ਜਿਸ ਤਰੀਕੇ ਮੈਂ ਕਿਹਾ ਕਿ ਕਥਿਤ ਤੌਰ ਤੇ ਆਪਾਂ ਬਿੱਲ ਦੇ ਬਾਰੇ ਵੀ ਗੱਲ ਕਰਾਂਗੇ, ਉਸ ਦੇ ਸਿੱਟੇ ਵੀ, ਉਹ ਵੀ ਸਾਰੀ ਚਰਚਾ ਕਰਾਂਗੇ, ਪਰ ਸਭ ਤੋਂ ਪਹਿਲਾਂ ਇਸੇ ਤੇ ਗੱਲ ਕਰਦੇ ਹਾਂ ਕਿ ਤੁਹਾਨੂੰ ਲੱਗਦਾ ਵੀ ਹੈ ਭਾਜਪਾ ਕਿਸੇ ਤਰੀਕੇ ਲੈ ਕੇ ਵੀ ਆਊਗੀ ਬਿੱਲ? ਕਿਉਂਕਿ ਭਾਵੇਂ ਪਾਸ ਹੋ ਗਿਆ, ਭਾਵੇਂ ਹੋ ਗਿਆ, ਪਰ ਉਹ ਕਹਿੰਦੇ ਕਿ 10 ਸਾਲ ਤੱਕ ਦਾ ਪਲਾਨ, ਲੰਬੀਆਂ ਚੌੜੀਆਂ ਗੱਲਾਂ। ਕੀ ਤੁਹਾਨੂੰ ਲੱਗਦਾ ਪ੍ਰੈਕਟੀਕਲੀ ਇੰਪਲੀਮੈਂਟ ਕਦੋਂ ਤੱਕ ਹੋਊਗਾ, ਜਾਂ ਕਦੇ ਹੋਊਗਾ ਵੀ, ਜਾਂ ਕਿਸ ਰੂਪ 'ਚ? ਪ੍ਰੈਕਟੀਕਲੀ ਇੰਪਲੀਮੈਂਟ ਕਦੋਂ ਹੋਏਗਾ ਜਾਂ ਹੋਏਗਾ ਵੀ ਕਿ ਨਹੀਂ, ਇਹ ਸਵਾਲ ਹੈ ਜੀ, ਇਹ ਕਿਸੇ ਨੂੰ ਵੀ ਨਹੀਂ ਪਤਾ। ਕਿਉਂਕਿ ਨਾਲ ਜਿਹੜਾ ਉਹਨਾਂ ਨੇ ਇਹਦੀ ਕੰਡੀਸ਼ਨ ਰੱਖੀ ਹੈ ਕਿ ਜਿਹੜੀ 2026 ਜਾਂ 27 'ਚ ਡੀਲਿਮਿਟੇਸ਼ਨ ਹੋਣੀ ਹੈ ਜੀ, ਫਿਰ ਤੋਂ ਕੌਂਸਟੀਟੂਐਂਸੀਆਂ ਚੇਂਜ ਹੋ ਸਕਦੀਆਂ ਅਕੋਰਡਿੰਗ ਟੂ ਪਾਪੂਲੇਸ਼ਨ, ਕਿਉਂਕਿ ਬਹੁਤ ਸਾਰੀਆਂ ਸਟੇਟਾਂ ਦੀ ਪਾਪੂਲੇਸ਼ਨ ਵੱਧ ਗਈ ਹੈ ਤੇ ਕਈਆਂ ਦੀ ਘਟ ਗਈ ਹੈ, ਕਈਆਂ ਦੀ ਐਜ਼ ਇਟ ਇਜ਼ ਹੈ। ਤਾਂ ਸੀਟਾਂ ਜਿੱਦਾਂ ਅੱਗੇ ਪਿੱਛੇ ਹੋ ਸਕਦੀਆਂ ਪਾਪੂਲੇਸ਼ਨ ਦੇ ਨਿਧਾਰ 'ਤੇ। ਤੋ ਮੈਨੂੰ ਲੱਗਦਾ ਕਿ ਇਹ ਤਾਂ ਬਿਲਕੁਲ ਹੀ ਸਿਰਫ ਵੋਟਾਂ ਵਾਸਤੇ ਪੋਲੀਟੀਕਲ ਸਟੰਟ ਹੈ 2024 ਵਾਸਤੇ, ਕਿਉਂਕਿ 49% ਲਗਭਗ 50% ਦੇ ਕਰੀਬ ਜੋ ਪਾਪੂਲੇਸ਼ਨ ਸਾਡੀ ਵੂਮੈਨ ਹੈ। ਔਰ ਪਿਛਲੇ ਕੁਛ ਅਰਸਿਆਂ ਤੋਂ ਦੇਖਿਆ ਗਿਆ, ਪਿਛਲੀ 2 ਲੋਕ ਸਭਾ ਵਿੱਚ ਵੇਖਿਆ ਜਾਏ ਤੇ ਜਿਹੜੀ ਵੂਮੈਨ ਇੰਡੀਆ ਦੀ ਫੀਮੇਲ ਹੈਗੀ ਆ, ਉਹਨਾਂ ਨੇ ਕਾਫੀ ਜ਼ਿਆਦਾ ਵੋਟਿੰਗ ਕੀਤੀ ਹੈ, 45, 46, 47% ਵੀ ਗਈ ਹੈ, 48% ਵੀ ਗਈ ਹੈ। ਤੇ ਉਹਨਾਂ ਨੂੰ ਇਨਫਲੂਐਂਸ ਕਰਨ ਵਾਸਤੇ ਹੈਗਾ। ਕਦੋਂ ਹੋਏਗਾ ਇੰਪਲੀਮੈਂਟ, ਹੋਏਗਾ ਵੀ ਕਿ ਨਹੀਂ, ਇਹ ਅਜੇ ਕੁਛ ਨਹੀਂ ਪਤਾ। ਉਹ 2029 ਕਹਿ ਰਹੇ ਆ, 32, 33 ਪਤਾ ਨਹੀਂ ਕਦੋਂ ਹੋਏਗਾ, 35 ਵੀ ਹੋ ਸਕਦਾ, ਡਿਪੈਂਡ ਕਰਦਾ ਅਗਲੀ ਕਿਹੜੀ ਸਰਕਾਰ ਹੋਏਗੀ। ਗੱਲਾਂ ਦਾ ਕੜਾਹ ਵੀ ਬਣ ਕੇ ਰਹਿ ਸਕਦੀ ਹੈ ਇਹ ਗੱਲ। ਗੱਲਾਂ ਦਾ ਕੜਾਹ ਬਿਲਕੁਲ ਬਣ ਕੇ ਰਹਿ ਸਕਦੀ ਹੈ ਕਿ ਜਦੋਂ ਤੱਕ ਇੰਪਲੀਮੈਂਟ ਨਹੀਂ ਹੋ ਸਕਦਾ ਉੱਥੇ ਦਾ ਉੱਥੇ ਹੀ ਖੜਾ ਹੈ ਬਿੱਲ। ਔਰ ਦੇਖੋ, ਪਾਸ ਹੋਇਆ ਲੋਕ ਸਭਾ, ਰਾਜ ਸਭਾ 'ਚ, ਪਰ ਜਦੋਂ ਤੱਕ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ, ਕਿਵੇਂ ਦੀ ਹੁੰਦੀ ਹੈ, ਅਗਲੀ ਕਿਹੜੀ ਸਰਕਾਰ ਹੋਏਗੀ, ਚੇਂਜ ਵੀ ਕਰ ਸਕਦੀ ਹੈ ਜੀ। ਸੋ ਇਹ ਗੱਲਾਂ ਦਾ ਕੜਾਹ ਹੀ ਹੈ, ਅਜੇ ਇੰਪਲੀਮੈਂਟੇਸ਼ਨ ਵਾਲੀ ਗੱਲ ਹੈ ਨਹੀਂ ਹੈ ਕੋਈ, ਸਿਰਫ 2024 ਦੀ ਇਲੈਕਸ਼ਨ ਕਰਕੇ ਜੀ। ਮੰਨ ਲਓ ਹੋ ਵੀ ਜਾਂਦਾ ਜੀ, ਤਾਂ ਇੰਜ ਤਾਂ ਨਹੀਂ ਹੋਏਗਾ ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਕਿ ਸਰਪੰਚ ਤਾਂ ਘਰ ਵਾਲੀ ਹੈ, ਔਰਤ ਹੈ, ਪਰ ਸਰਪੰਚ ਹੀ ਘਰ ਵਾਲਾ ਕਰਦਾ?
ਤੁਹਾਡੇ ਸਵਾਲ ਦੇ ਵਿੱਚ ਹੀ ਕਰਨ ਜੀ ਜਵਾਬ ਵੀ ਆ ਗਿਆ। ਇੰਜ ਨਹੀਂ ਹੋਏਗਾ, ਇੰਜ ਹੀ ਹੋਣਾ ਹੈ, ਕਿਉਂਕਿ ਜਿੱਦਾਂ ਦੀ ਰਿਜ਼ਰਵੇਸ਼ਨ ਉਹਨਾਂ ਨੂੰ ਦਿੱਤੀ ਗਈ ਹੈ ਜੇ 33% ਹੈ, ਇੱਦਾਂ ਸਾਡੀ ਲੋਕਲ ਬਾਡੀਜ਼ ਵਿੱਚ ਵੀ ਅੱਗੇ ਹੈਗੀ ਹੈ, ਜਿਵੇਂ ਮਿਊਨਿਸਪਲ ਬਾਡੀਜ਼ ਵਿੱਚ ਵੀ ਹੈਗੀ ਹੈ ਤੇ ਪੰਚਾਇਤਾਂ ਵਿੱਚ ਵੀ ਹੈਗੀ, ਤੇ ਉਹਨੂੰ ਅਸੀਂ ਪ੍ਰਧਾਨ ਪਤੀ, ਸਰਪੰਚ ਪਤੀ, ਇੱਦਾਂ ਇਹੋ ਜਿਹੇ ਲਫ਼ਜ਼ਾਂ ਨਾਲ ਆਪਾਂ ਇੰਡੀਆ 'ਚ ਗੱਲ ਕਰਦੇ ਹਾਂ। ਦੇਖੋ ਰਿਜ਼ਰਵੇਸ਼ਨ ਨੂੰ ਸਮਝੀਏ 33% ਦੇ ਦਿੱਤੀ, ਹੁਣ ਉਹ ਕੌਣ ਖੜੀਆਂ ਹੋਣਗੀਆਂ ਜਿਹੜੀਆਂ ਇਕਨੋਮਿਕਲੀ ਤੇ ਪੋਲੀਟੀਕਲੀ ਸਟਰੋਂਗ ਘਰਾਣੇ ਆ, ਉਹ ਤੇ ਉਹੀ ਚਾਹੇ ਕਾਂਗਰਸ ਹੋਵੇ ਜਾਂ ਬੀਜੇਪੀ ਹੋਵੇ ਜਾਂ ਕੋਈ ਰੀਜਨਲ ਪਾਰਟੀ ਅਕਾਲੀ ਦਲ ਹੋਵੇ ਜਾਂ ਆਪ ਹੋਵੇ ਜਾਂ ਸਮਾਜਵਾਦੀ ਹੋਵੇ, ਰਾਸ਼ਟਰੀ ਜਨਤਾ ਦਲ ਹੋਵੇ। ਇਹ ਸਿਆਸੀ ਸ਼ਗੂਫੇ ਨੇ, ਯਾਨੀ ਕਿ ਹੁਣ ਜੇ ਕੋਈ ਔਰਤ ਕਿਸੇ ਘਰੇ ਸਫਾਈ ਦਾ ਕੰਮ ਕਰਦੀ ਹੈ, ਉੱਥੋਂ ਵੀ ਆਪਾਂ ਉੱਤੇ ਆ ਜਾਈਏ, ਮੰਨ ਲਓ ਕੋਈ IT ਜੌਬ ਵੀ ਕਰਦੀ ਆ, ਕੋਈ ਸਰਕਾਰੀ ਨੌਕਰੀ ਵੀ ਕਰਦੀ, ਉਹਦੇ ਕੋਲ ਇੰਨਾ ਵੇਲ ਜਾਂ ਉਹਦੇ ਕੋਲ ਇੰਨੇ ਸੋਰਸਿਸ ਹੋਣਗੇ, ਜਾਂ ਪਹਿਲੀ ਗੱਲ ਉਹਦਾ ਮਨਸ਼ਾ ਵੀ ਹੋਊਗੀ ਕਿ ਮੈਂ ਇਹ ਕਰਾਂ। ਮਨਸ਼ਾ ਦੇਖੋ ਹੋ ਸਕਦੀ ਹੈ ਕਿਸੇ ਦੀ, ਪਰ ਤੁਸੀਂ ਕੰਮ ਸਫਾਈ ਕਰਨ ਵਾਲੀ ਮਜ਼ਦੂਰ ਔਰਤ ਦੀ ਤਾਂ ਗੱਲ ਛੱਡੋ, ਮੈਂ ਕਹਿੰਦਾ ਜੇ ਕੋਈ ਪ੍ਰੋਫੈਸਰ ਡਾਕਟਰ ਹੈ ਉਹ ਵੀ ਨਹੀਂ ਕਰ ਸਕਦੀ, IT ਸੈਕਟਰ ਵਾਲੀ ਵੀ ਨਹੀਂ ਕਰ ਸਕਦੀ, ਚਾਹੇ ਉਹ ਲੱਖ 2 ਲੱਖ ਰੁਪਈਆ ਮੰਥਲੀ ਕਮਾ ਵੀ ਪਾ ਰਹੀ ਹੈ, ਪਰ ਉਹ ਵੀ ਨਹੀਂ ਕਰ ਸਕਦੀ, ਕਿਉਂਕਿ ਜਦੋਂ ਪਾਰਟੀਆਂ ਨੇ ਕਿਹਨੂੰ ਪ੍ਰਮੋਟ ਕਰਨਾ, ਪਾਰਟੀਆਂ ਨੇ ਦੇਖਣਾ ਵੀ ਇਹ 33% ਸੀਟਾਂ ਰਿਜ਼ਰਵ ਨੇ, ਮੰਨ ਕੇ ਚਲੋ ਪੰਜਾਬ 'ਚ ਹੁਣ ਜਿੱਦਾਂ 117 ਸੀਟਾਂ, ਮੰਨ ਕੇ ਚੱਲੀਏ ਕਿ ਉਹਦੀ 33% ਜੋ ਵੀ 30 35 40 ਸੀਟਾਂ ਬਣਨਗੀਆਂ ਉਹ ਰਿਜ਼ਰਵ ਹੋ ਗਈਆਂ, ਉੱਥੇ ਕੌਣ ਖੜੇ ਹੋਣਗੇ? ਉੱਥੇ ਇਹੀ ਲੀਡਰਾਂ ਦੇ, ਕਾਂਗਰਸੀਆਂ ਦੇ, ਅਕਾਲੀਆਂ ਦੇ, ਆਪਣਾ BJP ਆਪ ਦੇ, ਕਿਸੇ ਦੀ ਭੈਣ ਹੈ, ਕਿਸੇ ਦੀ ਬੇਟੀ ਹੈ, ਕਿਸੇ ਦੀ ਕੋਈ ਵਾਈਫ ਹੈ, ਜਿਨ੍ਹਾਂ ਦੇ ਕੋਲ ਇਲੈਕਸ਼ਨ ਫੰਡ ਹੈਗਾ, ਔਰ ਪੋਲੀਟੀਕਲ ਹੋਲਡ ਹੈਗਾ ਪਾਰਟੀਆਂ ਦੇ। ਆਲਰੇਡੀ ਤਾਂ ਰੌਲੇ ਪੈਂਦੇ ਆ, ਦੇਖੋ ਕੈਪਟਨ ਸਾਹਿਬ ਦੀ ਧਰਮ ਪਤਨੀ ਸਿਆਸਤ ਵਿੱਚ ਹੈ, ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਧਰਮ ਪਤਨੀ ਸਿਆਸਤ ਵਿੱਚ ਹੈ, ਅੱਗੇ ਹੁਣ ਹੋਰ ਵੀ ਬਹੁਤ ਰਾਜਾ ਵੜਿੰਗ ਦੇ ਪਤਨੀ ਸਿਆਸਤ ਵਿੱਚ ਪ੍ਰਚਾਰ ਕੀਤਾ ਇਸ ਵਾਰ, ਉਹਨਾਂ ਬਹੁਤ ਆਲਰੇਡੀ ਉਹ ਸਿਆਸਤ ਵਿੱਚ ਨੇ, ਟਿਕਟ ਵੀ ਮੰਗਦੇ ਆ, ਤਾਂ ਉਹਨਾਂ ਲਈ ਤਾਂ ਰਾਹ ਸੌਖਾ ਹੋ ਗਿਆ ਨਾ। ਲਗਭਗ ਹਰ ਮਿਨਿਸਟਰ MLA ਦੀ ਜਿਹੜੀਆਂ ਪਤਨੀਆਂ ਜਾਂ ਭੈਣਾਂ ਜਾਂ ਬੇਟੀਆਂ ਸਿਆਸਤ ਵਿੱਚ ਨੇ, ਪੋਲੀਟੀਕਲੀ ਆਪਾਂ ਦੀ ਬੈਕਗ੍ਰਾਉਂਡ ਪੜ੍ਹੀਏ ਤਾਂ, ਤੇ ਉਹਨਾਂ ਨੂੰ ਉਹਨਾਂ ਦਾ ਰਾਹ ਸੌਖਾ ਹੋ ਗਿਆ। ਆਮ ਔਰਤ ਨੂੰ ਜਿਹੜਾ ਫਾਇਦਾ ਪਹੁੰਚਣਾ ਚਾਹੀਦਾ ਸੀ, ਜਿਹੜੀਆਂ ਸਾਡੀਆਂ ਘਰਾਂ 'ਚ ਬੀਬੀਆਂ ਭੈਣਾਂ ਮਾਤਾਵਾਂ ਬੈਠੀਆਂ, ਇੱਕ ਮਜ਼ਦੂਰ ਤੋਂ ਲੈ ਕੇ ਕਿਸਾਨ ਤੱਕ, ਔਰ IT ਸੈਕਟਰ, ਡਾਕਟਰ, ਇੰਜੀਨੀਅਰਸ, ਪ੍ਰੋਫੈਸਰਸ, ਕੋਈ ਵੀ ਨੌਕਰੀ ਕਰਨ ਵਾਲੀਆਂ, ਟੀਚਰਸ, ਸਕੂਲ ਟੀਚਰਸ ਬਹੁਤ ਹੀ ਐਜੂਕੇਟਡ ਨੇ ਸਾਡੀਆਂ ਸਕੂਲ ਟੀਚਰਾਂ ਤੋਂ ਤਾਂ ਕੇਲੇ ਵੰਡਵਾ ਦਿੱਤੇ ਕਹਿੰਦੇ ਇਸ ਵਾਰ ਰੈਲੀਆਂ ਦੇ ਵਿੱਚ। ਅਜਿਹੀਆਂ ਚੀਜ਼ਾਂ ਜਦੋਂ ਹੁੰਦੀਆਂ ਤਾਂ ਕੀ ਲੱਗਦਾ ਵੀ ਲੋਕਾਂ ਦੇ ਮਨ ਵੀ ਕਮਜ਼ੋਰ ਹੋ ਜਾਂਦੇ, ਕਰਨਾ ਕੀ ਹੈ ਯਾਰ, ਟੀਚਰ ਲੱਗ ਕੇ ਅਸੀਂ ਹੁਣ ਇਹਨਾਂ ਨੂੰ ਕੇਲੇ ਖਵਾਈਏ। ਦੇਖੋ ਇਹ ਤਾਂ ਜਦੋਂ ਟੀਚਿੰਗ ਲਾਈਨ ਨੂੰ ਇਹ ਕੰਮ ਕਰਨਾ ਪੈ ਰਿਹਾ, ਮੰਗਣਾ ਪੈ ਰਿਹਾ, ਹੱਕ ਮੰਗਣੇ ਪੈ ਰਹੇ ਆ, ਧਰਨਿਆਂ ਤੇ ਬੈਠਣਾ ਪੈ ਰਿਹਾ, ਕੇਲਿਆਂ ਦੀ ਗੱਲ ਕਰ ਰਹੇ ਤੁਸੀਂ, ਔਰ ਬੜੀਆਂ ਦੇਖੋ ਕੰਮ ਹੈਗਾ ਟੀਚਿੰਗ ਦਾ, ਪਰ ਕਈ ਤਰ੍ਹਾਂ ਦੀਆਂ ਹੋਰ ਕੰਮ ਕਰਨੇ ਪੈਂਦੇ ਆ, ਇਲੈਕਸ਼ਨ ਡਿਊਟੀਆਂ ਲੱਗਦੀਆਂ ਸੀ, ਕਈ ਕੁਛ। ਜਿਸ ਦੇਸ਼ ਦੇ ਵਿੱਚ ਜਾਂ ਜਿਸ ਸਰਕਾਰ ਦੇ ਅੰਡਰ ਟੀਚਰਾਂ ਨੂੰ ਹੱਕ ਨਹੀਂ ਮਿਲਦੇ ਜਾਂ ਟੀਚਰਾਂ ਤੋਂ ਹੋਰ ਕੰਮ ਲਏ ਜਾਂਦੇ ਆ ਟੀਚਿੰਗ ਤੋਂ ਇਲਾਵਾ, ਕੁਆਲਿਟੀ ਨਹੀਂ ਹੈ, ਉੱਥੇ ਕੀ ਹਾਲ ਹੋ ਸਕਦਾ? ਜਿਹੜੀਆਂ ਕੰਟਰੀਆਂ ਡਿਵੈਲਪ ਕੀਤੀਆਂ, ਫਰਾਂਸ, ਜਰਮਨੀ, ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਉੱਥੇ ਟੀਚਰਸ ਦੇ ਹਾਲਾਤ ਵੇਖੋ ਕਿਹੜੇ, ਉੱਥੇ ਉਹਨਾਂ ਦੇ ਮਿਨਿਸਟਰਾਂ ਤੋਂ ਵੀ ਉੱਪਰ ਨੇ। ਟੀਚਰ ਨੂੰ ਤੇ ਉਹਦਾ ਰੁਤਬਾ ਉਹ ਮਿਲਦਾ ਹੀ ਨਹੀਂ ਹੈ। ਕਈ ਤਾਂ ਬੇਰੁਜ਼ਗਾਰ ਨੇ, PhDਆਂ ਕਰਕੇ ਇੱਥੇ ਵਿਚਾਰੇ ਘਰਾਂ 'ਚ ਬੈਠੇ ਆ, ਮੁਸ਼ਕਿਲਾਂ ਦਾ ਸਾਧਨ, ਬਹੁਤ ਵੱਡੀਆਂ ਮੁਸ਼ਕਿਲਾਂ 'ਚ ਨੇ। ਇਹ ਟੌਪਿਕ ਇੱਕ ਹੋਰ ਹੈ, ਇਹਨੂੰ ਆਪਾਂ ਫੇਰ ਕਰਾਂਗੇ। ਜਦੋਂ ਵਿਮਨ ਰਿਜ਼ਰਵੇਸ਼ਨ ਤੇ ਵਾਪਸ ਆਉਣੇ, ਮੰਨ ਲਓ ਕਿ ਫੀਮੇਲ ਕੈਂਡੀਡੇਟਸ ਆ ਗਏ, ਮੰਨ ਲਿਆ ਕਿ ਕੋਈ ਮੱਧ ਵਰਗ ਦੇ ਵਿੱਚੋਂ, ਮਿਡਲ ਕਲਾਸ ਦੇ ਵਿੱਚੋਂ ਵੀ ਕੋਈ ਕੁੜੀਆਂ ਨੇ ਹਿੰਮਤ ਕਰ ਲਈ ਵੀ ਚਲੋ ਅਸੀਂ ਵੀ, ਤੇ ਉਹ ਅਪਰੋਚ ਇੱਕ ਸੌਖੀ ਹੋ ਜਾਏਗੀ। ਜਿਵੇਂ ਹੁਣ ਜੇ ਕੋਈ ਬੰਦਾ ਪ੍ਰਚਾਰ ਕਰਨ ਜਾਂਦਾ ਤਾਂ ਉਹ ਕਿਸੇ ਵੀ ਘਰ ਦੇ ਜੇ ਔਰਤਾਂ ਹੁੰਦੀਆਂ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ, ਬੰਦਾ ਬੰਦੇ ਨਾਲ ਹੀ ਜੁੜ ਜਾਂਦਾ ਕਿ ਹਨਾ ਵੀ ਪਰਿਵਾਰ ਦੀ ਵੋਟ ਆ ਗਈ ਸਾਡੇ ਵੱਲ, ਤਾਂ ਉਹ ਔਰਤਾਂ ਦਾ ਵੀ ਵਿੱਚ ਇੱਕ ਕਿਤੇ ਨਾ ਕਿਤੇ ਉਹਨਾਂ ਦੀ ਅਟੈਂਡੈਂਸ ਤਾਂ ਵਧੇਗੀ। ਬਿਲਕੁਲ ਅਟੈਂਡੈਂਸ ਵਧੇਗੀ, ਪਰ ਇਸ ਗੱਲ ਨੂੰ ਫਿਰ ਇਹ ਸ਼ਗੂਫਾ ਕਿਉਂ ਆ? ਇਹਦੇ ਪਿੱਛੇ ਬਲੈਕਮੇਲਿੰਗ ਕੀ ਹੈ, ਬੈਕਗਰਾਊਂਡ ਕੀ ਹੈ, ਸਮਝੀਏ। ਇਸ ਵੇਲੇ ਵੀ ਅਟੈਂਡੈਂਸ ਘੱਟ ਨਹੀਂ ਹੈਗੀ। ਜੇ 50% ਵੂਮਨ ਵੋਟ ਕਰ ਰਹੀ ਹੈ ਤੇ ਬੜੀ ਹਾਈ ਪਰਸੈਂਟੇਜ ਹੈ, ਪਰ ਉਹ ਜਿਹੜੀ ਅਟੈਂਡੈਂਸ ਹੈ, ਜਿਹੜੀ ਪਾਰਟਿਸਿਪੇਸ਼ਨ ਹੈ, ਕਿੱਦਾਂ ਦੀ ਆ, ਉਹਦੀ ਕੁਆਲਿਟੀ ਕੀ ਹੈ, ਉਹਦਾ ਲੈਵਲ ਕੀ ਹੈ? ਸਿਰਫ ਵੋਟ ਪਾਉਣਾ ਰਾਜਨੀਤੀ ਨਹੀਂ ਹੈ, ਸਿਰਫ ਆਪਣੇ ਬਕਸੇ ਵਿੱਚ ਜਾਂ ਮਸ਼ੀਨ ਤੇ ਬਟਨ ਨਾ ਪਾਉਣਾ ਕਿਸੇ ਪਾਰਟੀ ਦਾ, ਉਹ ਪੋਲੀਟੀਕਲ ਪਾਰਟਿਸਿਪੇਸ਼ਨ ਨਹੀਂ ਹੈ। ਉਹ ਸਿਰਫ ਇੱਕ ਐਸਪੈਕਟ ਹੈ ਵੋਟਿੰਗ ਦਾ, ਇਲੈਕਟੋਰਲ ਪੋਲਿਟਿਕਸ ਦਾ। ਪੋਲੀਟੀਕਲ ਪਾਰਟਿਸਿਪੇਸ਼ਨ ਹੈ ਕ੍ਰਿਟਿਸਾਈਜ਼ ਕਰਨਾ ਗਵਰਨਮੈਂਟ ਨੂੰ, ਗਵਰਨਮੈਂਟਾਂ ਦੇ ਖਿਲਾਫ ਲਿਖਣਾ, ਉਹਨਾਂ ਦੇ ਫੇਵਰ 'ਚ ਆਉਣਾ, ਧਰਨਿਆਂ 'ਚ ਪਾਰਟਿਸਿਪੇਟ ਕਰਨਾ, TV ਡਿਬੇਟਸ ਤੇ ਬੈਠਣਾ, ਔਰ ਬਹੁਤ ਸਾਰੇ ਹੋਰ ਜੋ ਆਪਾਂ ਪੋਲੀਟੀਕਲ, ਯਾਨੀ ਕਿ ਇਹ ਵੋਟ ਤਾਂ ਕਈ ਵਾਰੀ ਐਂ ਵੀ ਹੋ ਜਾਂਦੀ ਹੈ ਵੀ ਜਿੱਥੇ ਮੇਰੇ ਘਰ ਵਾਲੇ ਨੇ ਕਿਹਾ, ਜਿੱਥੇ ਮੇਰੇ ਪੁੱਤ ਨੇ ਕਿਹਾ, ਮੈਂ ਪਾ ਆਈ। ਵੋਟ ਸਭ ਕੁਝ ਨਹੀਂ ਹੈ ਨਾ। ਵੋਟ ਨੂੰ ਅਸੀਂ ਜਦੋਂ ਸਿਰਫ ਵੋਟ ਨੂੰ ਇਲੈਕਟੋਰਲ ਪੋਲਿਟਿਕਸ ਨਾਲ ਜੋੜਦੇ ਹਾਂ ਜਾਂ ਪੋਲੀਟੀਕਲ ਪਾਰਟਿਸਿਪੇਸ਼ਨ ਨਾਲ ਜੋੜਦੇ ਹਾਂ, ਉਹੀ ਸਾਡੇ ਗਲਤੀ ਹੈ। ਰਾਜਨੀਤੀ ਹਰ ਗੱਲ ਵਿੱਚ ਹੈ,
ਅਸੀਂ ਕੋਈ ਸਾਬਣ ਵੀ ਲੈ ਕੇ ਆਉਂਦੇ ਆ ਨਾ ਬਾਜ਼ਾਰੋਂ, ਜਾਂ ਇੱਕ ਸ਼ੈਂਪੂ ਵੀ ਲੈ ਕੇ ਆਉਂਦੇ, ਆਟਾ ਵੀ ਲੈ ਕੇ ਆਉਂਦੇ ਆ, ਤੇ ਉਹਦਾ ਪ੍ਰਾਈਸ ਪੜ੍ਹੀਏ, ਪੁੱਛੀਏ ਕਿੱਥੋਂ ਆ ਰਿਹਾ, ਕਿਵੇਂ ਆ ਰਿਹਾ, ਇਹ ਕੱਪੜਾ ਕਾਟਨ ਦਾ ਕਿੱਥੋਂ ਆ ਰਿਹਾ, ਬ੍ਰਾਂਡਡ ਆ, ਕਿਉਂ ਸਾਡੀਆਂ ਗਵਰਨਮੈਂਟਸ ਨਹੀਂ ਬਣਾ ਰਹੀਆਂ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰਾਜਨੀਤੀ ਹੈ। ਤਾਂ ਉੱਥੇ ਵੂਮੈਨ ਦੀ ਤੇ ਬੰਦੇ ਦੀ ਪਾਰਟਿਸਪੇਸ਼ਨ ਵੀ ਬਹੁਤ ਘੱਟ ਹੈ। ਅਸੀਂ ਤਾਂ ਫਾਲੋਵਰਸ ਬਣ ਕੇ ਰਹਿ ਗਏ ਹਾਂ। ਜੀ ਜੀ। ਤੇ ਇੱਕ ਚੀਜ਼ ਹੋਏਗੀ ਮੇਰੇ ਦਿਮਾਗ 'ਚ ਆਉਂਦਾ ਕਿ ਕੀ ਇਹ ਹੋਏਗਾ ਕਿ ਜਿਵੇਂ ਹੁਣ 1000 ਰੁਪਇਆ ਮਹੀਨਾ ਆਮ ਆਦਮੀ ਪਾਰਟੀ ਦਾ ਵਾਅਦਾ ਕਿ ਔਰਤਾਂ ਨੂੰ ਦਿਆਂਗੇ, ਅਜਿਹੇ ਵਾਅਦੇ ਹੋਰ ਵਧਣਗੇ ਜਿਹੜੇ ਔਰਤਾਂ ਨੂੰ ਟਾਰਗੇਟ ਕਰਨਗੇ ਕਿ ਤੁਹਾਨੂੰ ਇਹ ਦੇ ਦਿਆਂਗੇ, ਮੁਫਤ ਬੱਸ ਸਫ਼ਰ ਤੁਹਾਨੂੰ ਇਹ ਦੇ। ਇਹ ਤਾਂ ਸਾਫ਼ ਦਿਖ ਰਿਹਾ ਜਦੋਂ ਉਹਨਾਂ ਦੀ ਪਾਰਟਿਸਪੇਸ਼ਨ ਦੀ ਆਪਾਂ ਗੱਲ ਕਰ ਰਹੇ ਸੀ, ਉਹਨਾਂ ਨੂੰ ਹੁਣ ਇੱਕ ਦੇ ਦਿੱਤਾ ਗਿਆ ਕਿ ਰਿਜ਼ਰਵੇਸ਼ਨ ਲੈ ਕੇ ਆਉਣੀ, ਚਾਹੇ ਉਹ 2030 ਤੋਂ ਬਾਅਦ ਹੀ ਆਵੇ, ਪਰ 2024 'ਚ ਇਲੈਕਸ਼ਨ ਡੈਫੀਨੇਟਲੀ ਤੁਸੀਂ ਇਸ ਸਾਲ ਔਰ ਇਹਨਾਂ ਆਉਣ ਵਾਲੇ ਮਹੀਨਿਆਂ 'ਚ ਵੇਖੋਗੇ ਕਿ ਇੱਦਾਂ ਦੇ ਜਿਹੜੇ ਵਾਅਦੇ ਕੀਤੇ ਜਾਂਦੇ ਜਾਂ ਗਰੰਟੀਆਂ ਦਿੱਤੀਆਂ ਜਾਂਦੀਆਂ ਵੂਮੈਨ ਨੂੰ ਲੁਭਾਉਣ ਵਾਸਤੇ, ਉਹਨਾਂ ਦੀ ਵੋਟ ਬੈਂਕ ਨੂੰ ਆਪਣੇ ਵੱਲ ਲਿਆਉਣ ਵਾਸਤੇ, ਉਹ ਵੱਖਰੀਆਂ ਪਾਰਟੀਆਂ ਜ਼ਰੂਰ ਕਰਨਗੀਆਂ, ਚਾਹੇ ਬੱਸਾਂ ਦਾ ਸਫ਼ਰ ਹੋਵੇ, ਚਾਹੇ ਟ੍ਰੇਨਾਂ ਦਾ ਸਫ਼ਰ ਹੋਵੇ, ਚਾਹੇ ਕੋਈ ਪਾਰਟੀ ਸਕੂਟਰੀ ਦੇ ਦੇ, ਸਾਈਕਲ ਦੇ ਦੇ, ਵਾਸ਼ਿੰਗ ਮਸ਼ੀਨਾਂ ਦੇ ਦੇ, ਜਾਂ ਆਮ ਆਦਮੀ ਪਾਰਟੀ ਨੇ 1000 ਰੁਪਇਆ ਉਹ ਛੱਡ ਕੇ 1500 ਵੀ ਕਰ ਲੈਣ, ਜਾਂ ਹੋਰ ਵੀ ਕੁਝ ਲੈ ਕੇ ਆਉਣ। ਇੰਜ ਦੇ ਤਾਂ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਵੋਟ ਹੁਣ ਬਹੁਤ ਜ਼ਿਆਦਾ ਇੰਪੋਰਟੈਂਟ ਹੋਊਗੀ। ਆਪਾਂ ਅਮ੍ਰਿਤਾ ਵੜਿੰਗ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਹੋਰ ਸਾਰੇ ਪੋਲੀਟੀਸ਼ੀਅਨਸ ਦੀਆਂ ਵਾਈਫ ਵੀ ਹੈਗੀਆਂ, ਤਾਂ ਕਈ ਹੁਣ ਨਵੇਂ ਜੋੜੇ ਹੋ ਗਏ। ਰਾਘਵ ਚੱਡਾ ਹੋਣਾ ਦੀ ਗੱਲ ਕਰ ਲਈਏ, ਵਿਆਹ ਨੂੰ ਲੈ ਕੇ ਬੜੀ ਸਾਰੀ ਕੰਟਰੋਵਰਸੀ ਹੋਈ, ਤਾਂ ਪਰਿਨੀਤੀ ਚੋਪੜਾ ਤਾਂ ਜਾਣੇ ਪਛਾਣੇ ਚਿਹਰੇ ਨੇ, ਬਾਲੀਵੁੱਡ ਅਦਾਕਾਰਾ ਨੇ, ਸਨੀ ਦਿਓਲ ਦੀ ਤਰਜ਼ ਤੇ ਕਿਤੇ ਉਹ ਵੀ ਆਉਣਗੇ ਸਿਆਸਤ ਦੇ ਵਿੱਚ। ਹੁਣ ਤਾਂ ਰਿਜ਼ਰਵੇਸ਼ਨ ਹੋਊਗੀ। ਦੇਖੋ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਏਗਾ, ਪਰ ਜਿਵੇਂ ਦਾ ਇਹ ਵਿਆਹ ਹੋਇਆ ਹੈ ਨਾ, ਇਹਨੂੰ ਵਿਆਹ ਨੂੰ ਵੇਖ ਕੇ ਮੈਂ ਕਾਫੀ ਹੈਰਾਨ ਹੋਇਆ। ਚਲੋ ਹੋਰ ਵੀ ਲੋਕ ਹੋਏ ਹੋਣਗੇ, ਕਿਸੇ ਨੇ ਕਿਵੇਂ ਲਿਆ ਹੋਏਗਾ ਮੈਨੂੰ ਨਹੀਂ ਪਤਾ, ਮੈਂ ਆਪਣਾ ਓਪੀਨੀਅਨ ਦੇ ਸਕਦਾ। ਇਹ ਵਿਆਹ ਆਮ ਆਦਮੀ ਪਾਰਟੀ ਵਾਲਾ ਨਹੀਂ ਹੋਇਆ, ਆਮ ਆਦਮੀ ਵਾਲਾ ਨਹੀਂ ਹੋਇਆ, ਪਾਰਟੀ ਨੂੰ ਤਾਂ ਨਹੀਂ ਪਤਾ ਸਾਨੂੰ ਉਹਦਾ। ਇਵੇਂ ਦਾ ਵਿਆਹ ਇੰਨਾ ਰਾਇਲ, ਇੰਨਾ ਲਗਜ਼ਰੀਅਸ, ਜਾਂ ਇੰਨਾ ਜਿਹੜਾ ਵੱਡੇ ਲੈਵਲ 'ਤੇ ਵਿਆਹ ਹੋਇਆ, ਉੱਥੋਂ ਰਾਜਸਥਾਨ ਤੇ ਲੇਕਾਂ 'ਚ ਤੇ ਕਿਸ਼ਤੀਆਂ 'ਚ ਲੋਕ ਜਾ ਰਹੇ ਆ, ਪਾਰਟੀਆਂ ਵੱਖ-ਵੱਖ ਹੋ ਰਹੀਆਂ। ਹੁਣ ਰਾਘਵ ਚੱਡਾ ਆਪਣੇ ਆਪ ਨੂੰ ਆਮ ਆਦਮੀ ਨਹੀਂ ਕਹਿ ਸਕਦੇ, ਚਾਹੇ ਉਹ ਸੀਏ ਨੇ ਜਾਂ ਜਿੰਨੇ ਵੀ ਪੜ੍ਹੇ ਨੇ, ਹੁਣ ਉਹ ਆਮ ਆਦਮੀ ਆਪਣੇ ਆਪ ਨੂੰ ਨਹੀਂ ਕਹਿ ਸਕਦੇ। ਆਮ ਆਦਮੀਆਂ ਦੇ ਵਿਆਹ ਜਿਹੜੇ ਬੜੇ ਆਮ ਹੁੰਦੇ, ਉਹ ਸਾਡੇ ਵਰਗੂ ਹੁੰਦੇ ਆ, ਲਾਵਾਂ ਹੋਈਆਂ ਜਾਂ ਫੇਰੇ ਹੋਏ ਤੇ ਘਰ ਨੂੰ ਆ ਗਏ ਡੋਲੀ ਲੈ ਕੇ, ਇੱਕ ਸਿੰਪਲ ਤਰੀਕਿਆਂ ਨਾਲ ਵਿਆਹ ਹੁੰਦੇ। ਚਲੋ 2, 4, 5 ਲੱਖ ਦਾ ਵੀ ਕਿਤੇ ਖਰਚਾ, ਕੋਈ ਰਿਸੈਪਸ਼ਨ ਹੋਊਗੀ, ਉਹ ਵੀ ਮੰਨਿਆ ਜਾ ਸਕਦਾ। ਕਹਿੰਦੇ ਇੱਥੋਂ ਬਾਡੀਗਾਰਡ ਗਏ, ਹਾਂ ਇੱਥੋਂ ਇਹ ਸਰਕਾਰੀ ਖਰਚੇ ਤੇ ਸਰਕਾਰੀ। ਦੇਖੋ ਮੈਨੂੰ ਨਹੀਂ ਪਤਾ ਕਿ ਸਰਕਾਰੀ ਖਰਚੇ ਹੋਏ ਕਿ ਨਹੀਂ, ਮੈਂ ਯਕੀਨ ਕਰਦਾ ਕਿ ਜਦੋਂ ਤੱਕ ਅਥੈਂਟੀਕੇਟਡ ਖਬਰ ਨਾ ਹੋਵੇ। ਇਹ ਮੀਡੀਆ ਤੇ ਖਬਰਾਂ ਸੁਣੀਆਂ ਕਿ ਸਰਕਾਰੀ ਖਰਚਿਆਂ ਦੇ ਬਾਡੀਗਾਰਡ ਹੋਰ ਸਮਾਨ ਵੀ ਗਿਆ ਹੋਏਗਾ। ਜੇ ਤਾਂ 1 ਰੁਪਈਆ ਵੀ ਪੰਜਾਬ ਦਾ ਇਸ ਵਿਆਹ ਤੇ ਗਿਆ ਤਾਂ ਪੰਜਾਬ ਨਾਲ ਬਹੁਤ ਵੱਡਾ ਧੋਖਾ, ਇੰਨਾ ਵੱਡਾ ਧੋਖਾ, ਕਿਉਂਕਿ ਇਹਨਾਂ ਨੇ ਕਿਹਾ ਕੁਛ ਹੈ ਕਰ ਕੁਛ ਰਹੇ। ਜੇ ਪੰਜਾਬ ਦੇ ਖਜ਼ਾਨੇ 'ਚੋਂ ਨਹੀਂ ਪੈਸਾ ਗਿਆ ਤੇ ਉਹ ਪਰਨੀਤੀ ਦੇ ਘਰੋਂ ਪੈਸੇ ਜਾ ਰਹੇ ਆ ਕਿ ਕਿੱਥੋਂ ਜਾ ਰਹੇ ਆ, ਉਹਨਾਂ ਦੀ ਪ੍ਰੋਬਲਮ ਆ। ਪਰ ਪਿੱਛੇ ਜਦੋਂ ਅੰਗੇਜਮੈਂਟ ਸੈਰੇਮਨੀ ਵੀ ਹੋਈ ਸੀ, ਜਦੋਂ ਰੋਕਾ ਹੋਇਆ ਸੀ, ਉਹ ਤਾਂ ਹੋਇਆ ਦਿੱਲੀ ਹਾਊਸ ਦੇ ਵਿੱਚ ਸੀ, ਜੋ ਸਰਕਾਰੀ ਜਗ੍ਹਾ ਆ, ਉਹ ਗਲਤ ਹੈ, ਗਲਤ ਜਾ ਰਿਹਾ। ਜਦੋਂ ਇੱਕ ਘਰ ਦੇ ਵਿੱਚ ਤੁਸੀਂ ਸਰਕਾਰੀ ਘਰ ਦੇ ਵਿੱਚ ਵਿਆਹ ਕਰ ਰਹੇ ਹੋ, ਇਟ ਮੀਨਸ ਜਿਹੜਾ ਸਾਰਾ ਖਰਚਾ ਉਹ ਸਰਕਾਰੀ ਲੈਵਲ ਤੇ ਹੋ ਰਿਹਾ, ਉਥੋਂ ਦਾ ਲਾਈਟਾਂ, AC ਵਗੈਰਾ, ਕੈਟਰਿੰਗ ਸਭ ਸਰਕਾਰੀ ਵਿੱਚ ਆ ਰਿਹਾ, ਉਹਦਾ ਟੋਟਲੀ ਗਲਤ ਹੈ ਜੀ। ਔਰ ਮੈਂ ਕਹਿ ਰਿਹਾ ਕਿ ਇਹ ਹੁਣ ਰਾਘਵ ਚੱਡਾ ਜੀ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਵੀ ਨੇ, ਅਸੀਂ ਤਾਂ ਨਹੀਂ ਬਣਾਏ, ਆਪੇ ਉਹਨਾਂ ਨੇ ਪਾਰਟੀ ਨੇ ਬਣਾ ਲਏ ਹੈ। ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਲੋਕਾਂ ਨੇ ਤਾਂ ਚੁਣੇ ਹੀ ਨਹੀਂ, ਉਹਨਾਂ ਲੋਕਾਂ ਦੇ ਚੁਣੇ ਨਹੀਂ, ਇੰਡਾਇਰੈਕਟਲੀ ਆਪੇ ਚੁਣ ਕੇ ਆ ਗਏ ਆ ਤੇ ਉਦਾਂ ਹੀ। ਸੋ ਉਹ ਹੁਣ ਆਮ ਆਦਮੀ ਆਪਣੇ ਆਪ ਨੂੰ ਨਹੀਂ ਕਹਿ ਸਕਦੇ, ਇਹ ਉਹਨਾਂ ਨੂੰ ਟੈਗ ਹੁਣ ਆਪਣੇ ਆਪ ਤੋਂ ਰਿਮੂਵ ਕਰਨਾ ਪਏਗਾ। ਮੈਨੂੰ ਲੱਗਦਾ ਕਿ ਬੜੀ ਵੱਡੀ ਨਾ ਬੇਵਕੂਫੀ ਕਰ ਗਏ ਆ ਰਾਘਵ ਚੱਡਾ ਜੀ। ਵਿਆਹ ਜਿੱਥੇ ਮਰਜ਼ੀ ਕਰਦੇ, ਜਿਵੇਂ ਮਰਜ਼ੀ ਕਰਦੇ, ਉਹਨਾਂ ਦਾ ਪਰਸਨਲ ਮਾਮਲਾ, ਪਰ ਨੀਤੀ ਨਾ ਕਰੋ ਜਾਂ ਜਿੰਨਾ ਨਾ ਕਰਨਾ ਤੁਹਾਡਾ ਪਰਸਨਲ ਮਾਮਲਾ। ਪਰ ਜਿੰਨਾ ਉਸ ਵਿਆਹ ਨੂੰ ਉਹਨਾਂ ਨੇ ਗਲੋਰੀਫਾਈ ਕਰਤਾ ਜਾਂ ਇੰਨਾ ਉਹਨੂੰ ਵੱਡਾ ਬਣਾਤਾ, ਫਿਰ ਆਮ ਆਦਮੀ ਨਹੀਂ ਹੋ ਸਕਦੇ ਨਾ। ਸਾਡੇ ਤੁਹਾਡੇ ਵੀ ਤਾਂ ਵਿਆਹ ਇੱਕ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਹੁਣਾਂ ਨਾਲ ਉਹਨਾਂ ਦੀ ਇੱਕ ਪੁਰਾਣੀ ਵੀਡੀਓ ਬੜੀ ਚਰਚਿਤ ਹੋਈ, ਸ਼ਾਇਦ ਤੁਸੀਂ ਵੀ ਦੇਖੀ ਹੋਣੀ ਸੋਸ਼ਲ ਮੀਡੀਆ ਤੇ। ਉਹ ਪ੍ਰੀ ਇਲੈਕਸ਼ਨ ਹੈ, ਇਲੈਕਸ਼ਨ ਤੋਂ ਪਹਿਲਾਂ ਦੀ ਉਹ ਨਾਲ ਚੱਲ ਰਹੇ ਆ, ਤੇ ਰਾਘਵ ਚੱਡਾ ਉਹਦੇ ਵਿੱਚ ਦਾਅਵਾ ਕਰ ਰਿਹਾ ਹੈ ਕਿ ਗੌਤਮ ਗੰਭੀਰ ਦਿੱਲੀ ਦੇ ਸਾਰਿਆਂ ਨਾਲੋਂ ਜਿਹੜੇ ਅਮੀਰ ਨੇ ਤੇ ਜਿਹੜੇ ਇਸ ਵੇਲੇ ਚੋਣਾਂ ਦੇ ਵਿੱਚ ਖੜ ਰਹੇ ਨੇ, ਤੇ ਮੈਂ ਸਾਰਿਆਂ ਨਾਲੋਂ ਗਰੀਬ ਕੈਂਡੀਡੇਟ ਹਾਂ, ਤੇ ਮੇਰੀ ਦੇਖੋ ਖਬਰ ਵੀ ਲੱਗੀ ਆ। ਤੇ ਉਹ ਚੀਜ਼ ਨੂੰ ਹੁਣ ਅਮੀਰੀ ਗਰੀਬੀ ਦੇ ਵਿੱਚ ਜਿਹੜਾ ਫਰਕ ਸ਼ਗੂਫੇ ਸੀ ਸਰ, ਉਸ ਦੇਖੋ ਉਹ ਸਾਹਮਣੇ ਆ ਜਾਂਦੀਆਂ ਚੀਜ਼ਾਂ। ਜੇ ਤੂੰ ਆਰਾਮ ਨਾਲ ਮਤਲਬ ਇੱਕ ਤਰੀਕੇ ਨਾਲ ਵਿਆਹ ਕਰਦੇ, ਆਮ ਆਦਮੀ ਵਰਗੂ ਵਿਆਹ ਕਰਦੇ, ਤੇ ਅਸੀਂ ਕਹਿੰਦੇ ਕਿ ਬਹੁਤ ਵਧੀਆ ਵਿਆਹ ਜਿੱਥੇ ਮਰਜ਼ੀ ਹੋਵੇ, ਉਹ ਉਹਨਾਂ ਦਾ ਪਰਸਨਲ ਮਾਮਲਾ, ਬਿਲਕੁਲ ਸਭ ਕੁਝ ਸਾਹਮਣੇ ਆ ਜਾਂਦਾ ਤੁਹਾਡੇ ਸਾਹਮਣੇ। ਜਿਵੇਂ ਦਾ ਉਹਨਾਂ ਨੇ ਕਿਹਾ, ਔਰ ਕਹਿਣੀ ਤੇ ਕਥਨੀ 'ਚ ਇੰਨਾ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ ਤੇ ਬਾਕੀ ਪਾਰਟੀਆਂ ਨਾਲ ਹੀ ਰਲ ਗਏ ਜਾਂ ਉਹਨਾਂ ਤੋਂ ਵੀ ਉੱਪਰ ਹੋ ਗਏ ਆ। ਹੁਣ ਉਹ ਐਲੀਟ ਬਣ ਗਏ ਆ, ਹੁਣ ਉਹ ਅਰਿਸਟੋਕਰੇਟ ਬਣ ਗਏ, ਹੁਣ ਉਹ ਆਮ ਨਹੀਂ ਰਹੇ ਰਾਘਵ ਚੱਡਾ ਜੀ। ਮੰਨ ਲਓ ਕਿ ਬਿੱਲ ਲਾਗੂ ਹੋ ਗਿਆ, ਰਿਜ਼ਰਵੇਸ਼ਨ ਵੀ ਮਿਲ ਗਈ, ਰਾਖਵਾਂਕਰਨ ਵੀ ਹੋ ਗਿਆ, ਪਰ ਜਿਵੇਂ ਜਾਤ ਪਾਤ ਦੇ ਪਹਿਲਾਂ ਰਾਖਵਾਂਕਰਨ ਮਿਲੇ ਹੋਏ ਨੇ, ਕੀ ਉਹਨਾਂ ਦਾ ਸਸ਼ਕਤੀਕਰਨ ਹੋ ਗਿਆ ਜਿਹੜਾ ਹੁਣ ਔਰਤਾਂ ਦਾ ਹੋਊਗਾ?
ਹਾਂ, ਬਹੁਤ ਸ਼ੁਕਰੀਆ ਤੁਸੀਂ ਇਹ ਸਵਾਲ ਪੁੱਛਿਆ ਕਰਨ ਜੀ। ਇਹ ਮੈਨੂੰ ਲੱਗਦਾ ਸਭ ਤੋਂ ਜ਼ਰੂਰੀ ਸਵਾਲ ਹੈ ਤੇ ਮੈਂ ਬਹੁਤ ਮੀਡੀਆ ਔਰ ਸੋਸ਼ਲ ਮੀਡੀਆ ਨੂੰ ਫੋਲੋ ਕਰ ਰਿਹਾ ਸੀ 3-4 ਦਿਨ ਤੋਂ, ਕਿਸੇ ਨੇ ਸਵਾਲ ਨਹੀਂ ਪੁੱਛਿਆ, ਸਾਰੇ ਵਧਾਈਆਂ ਦੇ ਰਹੇ ਆ। ਵਧਾਈ ਦੀ ਗੱਲ ਹੋਏਗੀ ਵੀ ਜਿਨ੍ਹਾਂ ਲਈ ਹੈਗੀ ਆ ਉਹਨਾਂ ਨੂੰ ਮੁਬਾਰਕ, ਪਰ ਇਹ ਸਵਾਲ ਬੜਾ ਯਾਨੀ ਕਿ ਕੀ ਇਹ ਤਰੀਕਾ ਵੀ ਹੈ ਸਸ਼ਕਤੀਕਰਨ ਦਾ? ਇਹ ਇੰਪੋਰਟੈਂਟ ਗੱਲ, ਇਹ ਸਭ ਤੋਂ ਜ਼ਰੂਰੀ ਸਵਾਲ ਹੈ। ਕਰ ਤੇ ਦਿੱਤਾ, ਚਲੋ ਜਦੋਂ ਵੀ ਹੋਏਗਾ ਵੇਖੀ ਜਾਏਗੀ, ਪਰ ਇਹ ਤਰੀਕਾ ਹੈ ਇੰਪਾਵਰਮੈਂਟ ਦਾ, ਸਸ਼ਕਤੀਕਰਨ ਦਾ। ਇਹਦੇ ਨਾਲ ਇੰਪਾਵਰਮੈਂਟ ਮੂਵਮੈਂਟ ਦੀ ਆਉਂਦੀ ਹੈ ਕਿ ਨਹੀਂ, ਇਹਨੂੰ ਮੈਂ ਥੋੜਾ ਜਿਹਾ 2-3 ਫੈਕਟਸ ਤੁਹਾਡੇ ਅੱਗੇ ਰੱਖਦਾ। ਦੁਨੀਆ ਦੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਵੂਮਨ ਪਾਰਲੀਮੈਂਟੇਰੀਅਨ ਸਭ ਤੋਂ ਜ਼ਿਆਦਾ ਨੇ, ਸਭ ਤੋਂ ਜ਼ਿਆਦਾ ਉਹਨਾਂ ਕੰਟਰੀਆਂ 'ਚ ਰਿਜ਼ਰਵੇਸ਼ਨ ਹੈ ਹੀ ਨਹੀਂ। ਮੈਂ ਨਾਂ ਲੈਣ ਲੱਗਾ, ਸਵੀਡਨ 46%, ਨਾਰਵੇ 45%, ਫਰਾਂਸ ਕੋਈ 40% ਦੇ ਕਰੀਬ, ਜਰਮਨੀ, ਸਾਊਥ ਅਫਰੀਕਾ ਜਿਹੜੇ ਬੜੇ ਹੀ ਵਿਚਾਰੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਇੱਕ ਹਾਲਾਤ ਬਣੇ, ਉੱਥੇ ਵੀ 40% ਦੇ ਕਰੀਬ ਵੂਮਨ ਪਾਰਲੀਮੈਂਟ, ਉਹਨਾਂ ਦੀਆਂ ਅਸੈਂਬਲੀਜ਼ ਲਾਅ ਮੇਕਿੰਗ ਵਿੱਚ ਬੈਠੀਆਂ, ਪਾਰਲੀਮੈਂਟ 'ਚ ਬੈਠੀਆਂ ਦੇਸ਼ ਦੀ। ਉੱਥੇ ਰਿਜ਼ਰਵੇਸ਼ਨ ਤਾਂ ਹੈ ਹੀ ਨਹੀਂ, ਫਿਰ ਉਹ ਕਿਵੇਂ ਪਹੁੰਚੀਆਂ? ਇੱਕ ਜਗ੍ਹਾ ਤੁਹਾਨੂੰ ਮੈਂ ਹੋਰ ਦੱਸਦਾ, ਜਿਵੇਂ ਕਿਊਬਾ ਕਮਿਊਨਿਸਟ ਕੰਟਰੀ ਆ, ਉੱਥੇ 53% ਵੂਮਨ ਇਸ ਵੇਲੇ ਜਿਹੜੀਆਂ ਨੇ ਉਹ ਉੱਥੇ ਪਾਰਲੀਮੈਂਟ ਦੇ ਵਿੱਚ ਨੇ। ਨੇਪਾਲ, ਫਰਾਂਸ, ਆਪਣਾ ਸਾਊਥ ਕੋਰੀਆ, ਇੱਥੇ ਵੀ ਵੂਮਨ 40% ਤੋਂ ਉੱਪਰ ਪਾਰਲੀਮੈਂਟ ਦੇ ਵਿੱਚ ਬੈਠੀਆਂ ਨੇ। ਜਰਮਨੀ, ਨਿਊਜ਼ੀਲੈਂਡ ਦੇ ਵਿੱਚ ਇੱਥੇ ਵੀ ਵੂਮਨ 40% ਦੇ ਕਰੀਬ ਨੇ ਬਿਨਾਂ ਰਿਜ਼ਰਵੇਸ਼ਨ ਤੋਂ। ਕਿਵੇਂ? ਗੱਲ ਇਹ ਹੈ ਕਿ ਉਹਨਾਂ ਦੇਸ਼ਾਂ ਨੇ ਉਹਨਾਂ ਔਰਤਾਂ ਨੂੰ, ਵੂਮਨ ਆਪਣੀ ਕੰਟਰੀਆਂ ਨੂੰ ਸੋਸ਼ਲ ਤੇ ਇਕਨੋਮਿਕ ਇਹੋ ਜਿਹੇ ਹਾਲਾਤ ਦਿੱਤੇ ਨੇ ਕਿ ਉਹ ਤਰੱਕੀ ਕਰ ਸਕਣ, ਚਾਹੇ ਉਹ ਰਾਜਨੀਤੀ ਵਿੱਚ ਹੋਵੇ, ਚਾਹੇ ਉਹ ਆਰਥਿਕ ਫੀਲਡ ਹੋਵੇ, ਸਪੋਰਟਸ ਦਾ ਹੋਵੇ, ਐਜੂਕੇਸ਼ਨ। ਆਜ਼ਾਦੀ ਹੈ, ਇੰਡੀਪੈਂਡੈਂਸ, ਆਜ਼ਾਦੀ ਹੈ, ਹਾਲਾਤ ਉਵੇਂ ਦੇ ਦੇਣੇ ਪੈਂਦੇ ਆ। ਰਿਜ਼ਰਵ ਦੇਖੋ, ਦੋ ਚੀਜ਼ਾਂ ਨੇ ਇੱਥੇ। ਭਾਰਤ ਦਾ ਅੰਕੜਾ ਦੱਸਦੀ ਹੈ ਕਿ ਭਾਰਤ ਦੀ ਐਮਪੀਸ਼ਿਪ ਦੇ ਵਿੱਚ 15% ਲੋਕ ਸਭਾ ਦੇ ਵਿੱਚ ਹੈਗੇ ਆ, ਤੇ ਹੁਣ 33 ਕਰਨ ਬਾਰੇ ਜੋ ਬਿੱਲ ਆਇਆ। ਮੈਂ ਇਹ ਕਹਿਣਾ ਕਿ 33 ਹੋਵੇ ਜਾਂ 50 ਹੋਵੇ, ਕਿਉਂ ਨਾ ਸਹੀ ਰਿਜ਼ਰਵੇਸ਼ਨ ਦਾ, ਸਹੀ ਇੰਪਾਵਰਮੈਂਟ ਦਾ ਤਰੀਕਾ ਇਹ ਹੈ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੋਸ਼ਲ ਇਕਨੋਮਿਕ ਹਾਲਾਤ ਦਿੱਤੇ ਜਾਣ, ਫੈਸਿਲਿਟੇਟ ਕੀਤਾ ਜਾਵੇ। ਕਿਹੜੇ 3 ਤਰੀਕੇ ਆ? ਐਜੂਕੇਸ਼ਨ, ਹੈਲਥ ਤੇ ਰਿਸਪੈਕਟ। ਜੀ, ਇਹ ਦੇਣ ਦੀ ਜ਼ਰੂਰਤ ਹੈ। ਰਿਸਪੈਕਟ ਤੋਂ ਮਾਇਨਾ ਕਿ ਮਰਦ ਪ੍ਰਧਾਨ ਸਮਾਜ ਜਿਹੜਾ ਉੱਥੇ ਉਹ ਮਾਨਸਿਕ ਹੈ, ਉਹ ਕਿਸੇ ਰਿਜ਼ਰਵੇਸ਼ਨ ਨਾਲ ਦੂਰ ਨਹੀਂ ਹੋਏਗਾ। ਉੱਥੇ ਅਸੀਂ ਜੇ ਕੰਪੇਅਰ ਕਰੀਏ ਕਾਸਟ ਰਿਜ਼ਰਵੇਸ਼ਨ ਹੈ, ਕਿ ਉਹ ਬੈਰੀਅਰ ਦੂਰ ਹੋ ਗਏ ਨੇ? ਨਹੀਂ ਹੋਏ, ਉਹ ਦਿਮਾਗ ਵਿੱਚ ਨੇ। ਸੋ ਐਜੂਕੇਸ਼ਨ, ਹਾਈ ਲੈਵਲ ਦਾ ਐਜੂਕੇਸ਼ਨ ਦਿਓ, ਫ੍ਰੀ ਐਜੂਕੇਸ਼ਨ ਦਿਓ। ਰਿਜ਼ਰਵੇਸ਼ਨ ਦੇਣੀ ਆ ਤਾਂ ਐਜੂਕੇਸ਼ਨ ਤੇ ਜਾਓ। ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਵਿੱਚ 60%, 50% ਵੂਮਨ ਲਈ ਰਿਜ਼ਰਵ ਕਰ ਦਿਓ ਸੀਟਾਂ। ਕਿਉਂ ਇਹ ਨਹੀਂ ਬੈਟਰ? ਉੱਥੇ ਕਿਉਂ ਆ? ਉੱਥੇ ਕਿਉਂ ਨਹੀਂ ਰਿਜ਼ਰਵੇਸ਼ਨ? ਉੱਥੇ ਲੈ ਕੇ ਆਓ ਨਾ ਰਿਜ਼ਰਵੇਸ਼ਨ। ਹੈਲਥ ਸੈਕਟਰ 'ਚ ਦਿਓ। ਕਿਉਂ ਤੁਸੀਂ ਪਾਰਲੀਮੈਂਟ ਦੇ ਵਿੱਚ? ਇੱਕ ਕਨਸੈਪਟ ਦੇ ਵਿੱਚ ਹੋਰ ਤੁਹਾਨੂੰ ਮੈਂ ਦੱਸਦਾ ਕੀ ਆ। ਜਦੋਂ ਤੁਸੀਂ ਆਪਾਂ ਕਿਸੇ ਨੂੰ ਰਿਜ਼ਰਵੇਸ਼ਨ ਦਿੰਦੇ ਹਾਂ, ਇਟ ਮੀਨਸ ਅਸੀਂ ਉਹਨੂੰ ਕਮਜ਼ੋਰ ਸਮਝ ਰਹੇ ਹਾਂ, ਅਸੀਂ ਕਮਜ਼ੋਰ ਸਮਝ ਕੇ ਰਿਜ਼ਰਵੇਸ਼ਨ ਦੇ ਰਹੇ ਹਾਂ। ਇੱਥੇ ਕੀ ਹੈ? ਜੈਂਡਰ ਇਕੁਐਲਿਟੀ। ਇਹ ਸੋਸ਼ਲ ਇਕਨੋਮਿਕ ਰਿਜ਼ਰਵੇਸ਼ਨ ਨਹੀਂ ਹੈ, ਇਹ ਕਾਸਟ ਤੋਂ ਥੋੜੀ ਡਿਫਰੈਂਟ ਹੈ, ਉਹ ਸੋਸ਼ਲ ਇਕਨੋਮਿਕ ਬੇਸਿਸ ਤੇ। ਅਸੀਂ ਕਹਿ ਰਹੇ ਹਾਂ ਕਿ ਜੈਂਡਰ ਇੱਕ ਕਮਜ਼ੋਰ ਹੈ, ਵੂਮਨ ਕੀ ਕਮਜ਼ੋਰ ਹੈ? ਇਹ ਸਵਾਲ ਹੈ ਜਿਹੜੇ ਰਿਜ਼ਰਵੇਸ਼ਨ ਇਹਨਾਂ ਨੇ ਦਿੱਤੀ ਹੈ ਔਰ ਜਿਹੜੇ ਇਹਨੂੰ ਫੇਵਰ ਕਰ ਰਹੇ ਆ। ਮੇਰਾ ਉਹਨੂੰ ਸਭ ਨੂੰ ਸਵਾਲ ਹੈ ਕਿ ਨਾਰੀ ਕਮਜ਼ੋਰ ਹੈ? ਮੇਰਾ ਮੰਨਣਾ ਹੈ ਕਿ ਵੂਮਨ ਸਭ ਤੋਂ ਸਟਰੋਂਗੈਸਟ ਹੈ, ਬੰਦੇ ਤੋਂ ਤੇ ਕਿਤੇ ਜ਼ਿਆਦਾ ਸਟਰੋਂਗ ਹੈ। ਉਹ ਕ੍ਰੀਏਟਰ ਹੈ, ਪ੍ਰੀਜ਼ਰਵਰ ਹੈ, ਜਨਰੇਟਰ ਹੈ ਔਰ ਡਿਸਟਰੋਇਰ ਵੀ ਬਣ ਜਾਂਦੀ ਹੈ ਜਦੋਂ ਉਹ ਰੂਪ ਧਾਰਨ ਕਰਦੀ ਹੈ। ਇਹ ਮਾਤਾ ਦੁਰਗਾ ਦੇ ਵਾਰਸ, ਮਾਈ ਭਾਗੋ ਦੇ ਵਾਰਸਾਂ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ। ਔਰਤ ਦੇ ਰੂਪ ਦੇ ਵਿੱਚ ਉਹਨਾਂ ਸਾਰੀ ਆਪਣੀ ਬਾਣੀ ਵਰਣਨ ਕੀਤੀ, ਲਿਖੀ ਹੈ। ਉਸ ਨੂੰ ਅਸੀਂ ਰਿਜ਼ਰਵੇਸ਼ਨ, ਕੁਦਰਤੀ ਬਣਾਈ ਹੋਈ ਉਸ ਕ੍ਰੀਏਚਰ ਨੂੰ, ਜਿਹੜੀ ਦੁਨੀਆ ਦਾ 50% ਦੇ ਕਰੀਬ ਆ, ਉਹਨੂੰ ਅਸੀਂ ਉਹਦੀ ਐਬਿਲਿਟੀ ਦੇ ਬੇਸਿਸ ਤੇ ਰਿਜ਼ਰਵੇਸ਼ਨ ਦੇਣ ਵਾਲੇ ਕੌਣ ਹੈ? ਸਵਾਲ ਇਹ ਹੈ ਕਿ ਅਸੀਂ ਉਹਨੂੰ ਕਮਜ਼ੋਰ ਨਹੀਂ ਕਹਿ ਰਹੇ। ਮਤਲਬ ਹੁਣ ਤੁਸੀਂ ਰਿਜ਼ਰਵ ਸੀਟਾਂ ਵੱਲ ਆਓ, ਜਿੱਥੇ ਸੀਟਾਂ ਰਿਜ਼ਰਵ ਕੀਤੀਆਂ ਜਾਣਗੀਆਂ, ਮਤਲਬ ਉੱਥੇ ਔਰਤ ਖਿਲਾਫ ਲੜੇਗੀ। ਕਿਉਂ? ਔਰਤ ਮਰਦ ਖਿਲਾਫ ਕਿਉਂ ਨਹੀਂ ਲੜ ਸਕਦੀ? ਉਹਨਾਂ ਨੂੰ ਵੱਖਰਾ ਕਰ ਦਿੱਤਾ ਗਿਆ। 33% ਸੀਟਾਂ ਉਹ ਲੋਕ ਸਭਾ 'ਚ ਬਣ ਜਾਣਗੀਆਂ, ਕੋਈ 190 ਦੇ ਕਰੀਬ, ਪੰਜਾਬ 'ਚ ਬਣ ਜਾਣਗੀਆਂ 30-40 ਦੇ। ਇਹ ਵੀ ਇੱਕ ਵੱਡਾ ਫਰਕ ਵੱਡਾ। ਕੀ ਉਹ ਔਰਤ ਮਰਦ ਦੇ ਖਿਲਾਫ ਕਿਉਂ ਨਹੀਂ ਲੜ ਸਕਦੀ? ਬਈ ਔਰਤ ਖਿਲਾਫ ਹੀ ਕਿਉਂ ਲੜੇਗੀ? ਕੀ ਉਹ ਕੈਂਪੇਨ ਕਰਨ ਜਾਣਾ ਤਾਂ ਉਹ ਵੀ ਨਿਕਲੇਗੀ, ਉਹ ਵੀ ਨਿਕਲੇ। ਔਰਤ ਐਸਟਰੋਨੌਟ ਬਣੀ ਹੋਈ ਹੈ, ਨਾਸਾ 'ਚ ਪਹੁੰਚ ਗਈ ਹੈ, ਪ੍ਰਾਈਮ ਮਿਨਿਸਟਰ ਵੱਖਰੇ ਦੇਸ਼ਾਂ ਦੀ ਰਹਿ ਚੁੱਕੀ ਹੈ, ਸਪੋਰਟਸ ਫੀਲਡ ਵਿੱਚ, ਐਜੂਕੇਸ਼ਨ 'ਚੋਂ ਸਭ ਤੋਂ ਅੱਗੇ ਆ। PhD ਕਰਨ ਵਾਲੀਆਂ ਕੁੜੀਆਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਨੇ, ਮੁੰਡਿਆਂ ਤੋਂ ਜ਼ਿਆਦਾ ਨੇ। ਉਹ ਕਿਉਂ? ਹੁਣ ਤੁਸੀਂ ਐਗਜ਼ਾਮਪਲ ਲੈ ਲਓ, ਇੰਦਰਾ ਗਾਂਧੀ, ਉਹਨੇ ਬਣੀ ਹੈ ਨਾ, ਜਿਵੇਂ ਮਰਜ਼ੀ ਪਰਫਾਰਮੈਂਸ ਪਹੁੰਚੀ ਹੈ ਨਾ ਉੱਥੇ। ਜੇ ਆਪਾਂ ਇੱਥੋਂ ਖਰੜ ਦੀ ਐਗਜ਼ਾਮਪਲ ਲੈ ਲਈਏ, ਅਨਮੋਲ ਗਗਨ ਮਾਨ, ਉਹਨੇ 2-3 ਬੰਦਿਆਂ ਨੂੰ ਹਰਾਇਆ ਸੀ। ਬਿਲਕੁਲ।
ਔਰਤ ਨੂੰ ਤਾਂ ਨਹੀਂ ਸੀ ਹਰਾਇਆ ਨਾ। ਔਰਤ ਦੀ ਡਿਗਨਿਟੀ, ਔਰਤ ਦੀ ਰਿਸਪੈਕਟ ਉਦੋਂ ਕਈ ਗੁਣਾ ਵੱਧ ਜਾਂਦੀ ਹੈ ਜਦੋਂ ਬੰਦੇ ਨਾਲ ਕੰਪੀਟ ਕਰਦੀ ਹੈ, ਬੰਦੇ ਨੂੰ ਹਰਾ ਕੇ ਅੱਗੇ ਨਿਕਲਦੀ ਹੈ। ਗੱਲ ਜਿੱਤ ਹਾਰ ਦੀ ਵੀ ਨਹੀਂ ਕਿ ਕੰਪੀਟ ਕਰ ਰਹੀ। ਹੁਣ ਗੈਪ ਕਾਹਦਾ, ਜੈਂਡਰ ਗੈਪ ਕਾਹਦਾ, ਔਰਤ ਤੇ ਮਰਦ ਦਾ ਇਹ ਗੈਪ ਹੈ ਨਾ। ਉਹ ਗੈਪ ਕਦੋਂ ਖਤਮ ਹੋਏਗਾ? ਜਦੋਂ ਔਰਤ ਮਰਦ ਨਾਲ ਕੰਪੀਟ ਕਰਦੀ ਹੈ, ਉਹਨੂੰ ਹਰਾ ਕੇ ਅੱਗੇ ਨਿਕਲਦੀ ਹੈ। ਰਜਿੰਦਰ ਕੌਰ ਭੱਠਲ ਬੰਦਿਆਂ ਨੂੰ ਹਰਾਉਂਦੇ ਰਹੇ ਹੈ ਨਾ ਜੀ। ਹੁਣ ਜੇ ਆਪਾਂ ਕਹੀਏ ਵੀ ਕਿਤੋਂ ਵੀ ਔਰਤ ਕੋਈ ਜਿੱਤਦੀ ਹੈ ਤੇ ਉਹ ਬੰਦੇ ਨੂੰ ਹਰਾਉਂਦੀ ਹੈ। ਇਸ ਵੇਲੇ ਵੀ ਤੇ ਹੈਗੇ ਨੇ ਸਾਡੇ ਐਮਐਲਏਜ਼ ਔਰ ਐਮਪੀਜ਼, ਉਹਨੂੰ ਰਿਜ਼ਰਵ ਕਰ ਦੇਣਾ ਕਿ ਤੂੰ ਔਰਤ ਦੇ ਖਿਲਾਫ ਹੀ ਲੜੇਗੀ, ਬੰਦੇ ਆਪਣੇ ਬੰਦਿਆਂ ਨਾਲ ਲੜਦੇ ਰਹਿਣਗੇ। ਓਪਨ ਵਿੱਚ ਤਾਂ ਫਿਰ ਕੋਈ ਜਾਏਗਾ ਹੀ ਨਹੀਂ, ਉਹ ਤਾਂ ਕੋਈ ਆਏਗਾ ਨਹੀਂ, ਕੋਈ 33% ਹੀ ਮਹਾ ਪੂਰੇ ਹੋਣੇ ਆ। ਉਹਦੇ ਨਾਲੋਂ ਮੱਚ ਬੈਟਰ ਸੀਗਾ ਇੱਥੇ ਆਉਂਦਾ MS ਗਿੱਲ ਫਾਰਮੂਲਾ ਜੀ, ਜਿਹੜਾ MS ਗਿੱਲ ਨੇ ਦਿੱਤਾ ਸੀ। ਉਹ ਕਹਿੰਦੇ ਸੀ ਉਹਨਾਂ 1998 ਚ 2003-4 ਚ ਫਾਰਮੂਲਾ ਲੈ ਕੇ ਆਏ ਕਿ ਬੈਟਰ ਇਹ ਹੋਵੇਗਾ ਕਿ ਪੋਲੀਟੀਕਲ ਪਾਰਟੀਆਂ ਰਿਜ਼ਰਵੇਸ਼ਨ ਦੇ, ਉਹ ਆਪਣੀ ਪਾਰਟੀ ਦੇ ਵਿੱਚ ਟਿਕਟਾਂ ਦੇ ਵਿੱਚ 50% ਜਾਂ 40% ਰਿਜ਼ਰਵੇਸ਼ਨ ਦੇਣ। ਔਰ ਇਹੀ ਫਰਾਂਸ ਵਿੱਚ ਆ, ਇਹੀ ਨੇਪਾਲ ਵਿੱਚ ਆ, ਇਹ ਨਿਊਜ਼ੀਲੈਂਡ ਦੇ ਵਿੱਚ ਵੀ ਆ, ਨਾਰਥ ਕੋਰੀਆ ਵਿੱਚ ਵੀ ਹੈ। ਲੜਨ ਉਹ ਜਿੱਥੋਂ ਮਰਜੀ, ਚਾਹੇ ਔਰਤ ਖਿਲਾਫ ਲੜੇ, ਚਾਹੇ ਔਰਤ ਮਰਦ ਖਿਲਾਫ ਲੜੇ, ਉਹਦੀ ਚੋਇਸ ਹੈ। ਪਰ ਤੁਸੀਂ ਰਿਜ਼ਰਵ ਕਰੋ। ਉਦੋਂ ਤੇ ਕੋਈ ਵੀ ਨਹੀਂ ਕਰਦਾ, ਉਦੋਂ ਕਿਉਂ ਨਹੀਂ ਕਰਦੇ? ਔਰ ਇਹ ਜਿਨ੍ਹਾਂ ਦੇਸ਼ਾਂ ਦੇ ਮੈਂ ਨਾਂ ਲਏ, ਉਹਨਾਂ ਨੇ ਕਿਸੇ ਦੀ ਤਰ੍ਹਾਂ ਦੀ ਰਿਜ਼ਰਵੇਸ਼ਨ ਨਹੀਂ ਦਿੱਤੀ ਹੋਈ, ਫਿਰ ਵੀ ਔਰਤਾਂ ਅੱਗੇ ਨੇ, ਕਿਉਂਕਿ ਉਹਨਾਂ ਨੂੰ ਰਿਸਪੈਕਟ ਔਰ ਸੋਸ਼ਲ ਇਕਨੋਮਿਕ ਹਾਲਾਤ ਦਿੱਤੇ ਜਾਂਦੇ ਆ। ਅਸੀਂ ਉਹਨਾਂ ਨੂੰ ਹੋਰ ਕਮਜ਼ੋਰ ਸਾਬਤ ਕਰ ਰਹੇ ਹਾਂ ਇਸ ਬਿੱਲ ਦੇ ਨਾਲ। ਬੈਟਰ ਇਹ ਹੈ ਕਿ ਉਹਨਾਂ ਨੂੰ ਇਕਨੋਮਿਕ ਸੋਸ਼ਲ ਫੈਸਿਲਿਟੀਆਂ ਦਿਓ। ਜੇ ਰਿਜ਼ਰਵੇਸ਼ਨ ਦੇਣੀ ਹੈ ਤਾਂ ਪਾਰਟੀਆਂ ਦੇ ਵਿੱਚ ਟਿਕਟਾਂ ਲੈਣ 'ਚ ਦਿਓ, ਫਿਰ ਵੇਖਦੇ ਆ ਕੌਣ ਕਿਹਨੂੰ ਜਿੱਤਦਾ। ਔਰ ਕਮਾਲ ਦੀ ਗੱਲ ਇਹ ਹੈ ਕਿ ਉਸੇ ਪਾਰਲੀਮੈਂਟ ਦੇ ਵਿੱਚ ਰਿਜ਼ਰਵੇਸ਼ਨ ਦਾ ਇਸ ਤਰੀਕੇ ਬੜੇ ਮਾਣ ਨਾਲ ਉਹਨਾਂ ਨੇ ਐਲਾਨ ਕੀਤਾ, ਜਿਸ ਪਾਰਲੀਮੈਂਟ ਦੇ ਵਿੱਚ ਮਣੀਪੁਰ ਦੇ ਮਸਲੇ ਉੱਤੇ ਉਹਨਾਂ ਨੇ ਚਰਚਾ ਵੀ ਨਹੀਂ ਹੋਣ ਦਿੱਤੀ। ਇਸ ਗੱਲ ਤੇ ਮੈਂ ਬੋਲਣਾ ਚਾਹੁੰਦਾ ਸੀ। ਬਹੁਤ ਤੁਸੀਂ ਸਹੀ ਕਿਹਾ। ਇਸ ਵੇਲੇ ਵੀ 15% ਆਪਾਂ ਕਹਿ ਲਈਏ ਤਾਂ ਲੋਕ ਸਭਾ 'ਚ ਔਰਤ MPs ਹੈਗੀਆਂ, BJP ਦੀਆਂ ਵੀ ਹੈਗੀਆਂ, ਹੋਰ ਵੀ ਪਾਰਟੀਆਂ ਹੈਗੀਆਂ। ਕੌਣ ਬੋਲਿਆ ਸੀ ਮਣੀਪੁਰ ਬਾਰੇ? ਔਰ ਐਥਲੀਟਸ ਬੈਠੇ ਸੀ, ਰੈਸਲਰ ਕੁੜੀਆਂ ਬੈਠੀਆਂ ਸੀ ਦਿੱਲੀ ਧਰਨੇ ਤੇ, ਸੈਕਸ਼ੂਅਲ ਹਰਾਸਮੈਂਟ ਦੇ ਪ੍ਰੋਬਲਮ ਨੂੰ ਲੈ ਕੇ ਉੱਥੇ ਉਹਨਾਂ ਨੇ ਧਰਨਾ ਮਹੀਨਿਆਂ ਬੱਧੀ ਬੈਠੇ ਰਹੇ। ਕੋਈ ਬੋਲਿਆ? ਜੇ ਉਹ 15% ਨਹੀਂ ਬੋਲੀਆਂ ਤੇ ਫਿਰ 33% ਵੀ ਨਹੀਂ ਬੋਲਣਗੀਆਂ। ਡਿਪੈਂਡ ਕਰਦਾ ਕਿਹੜੀ ਔਰਤ ਉੱਥੇ ਜਾ ਰਹੀ ਹੈ। ਜੇ ਥਰੜੇ ਵਰਗਾਂ ਤੋਂ, ਹਰ ਵਰਗ ਤੋਂ ਔਰਤ ਉੱਥੇ ਜਾਏਗੀ, ਫਿਰ ਉਹ ਬੋਲੇਗੀ। ਜੇ ਐਲੀਟ ਹੀ ਜਾਏਗੀ, ਜਿਹਨੂੰ ਪੋਲੀਟੀਕਲੀ ਆਲਰੇਡੀ ਪਾਵਰ ਹੈਗੀ ਹੈ, ਇਕਨੋਮਿਕ ਪਾਵਰ ਆਲਰੇਡੀ ਹੈਗੀ ਆ, ਤਾਂ ਫਿਰ ਉਹ ਜਿਵੇਂ ਇਹ ਚੁੱਪ ਨੇ ਉਵੇਂ ਚੁੱਪ ਰਹਿਣਗੀਆਂ ਔਰ ਵੱਡੇ ਲੀਡਰਾਂ ਦੀਆਂ, ਕਿਉਂਕਿ ਸ਼ਾਇਦ ਉਹ ਉਹਨਾਂ ਪਰਿਵਾਰਾਂ 'ਚ ਆਉਂਦੀਆਂ ਨੇ ਜੋ ਨਹੀਂ ਉਸ ਗਰਾਊਂਡ ਨਾਲ, ਉਸ ਮਿੱਟੀ ਨਾਲ ਉਹਨਾਂ ਵੇਖਿਆ ਹੀ ਨਹੀਂ ਕੁਛ। ਨਾਲੇ ਉਹ ਵੱਡੇ ਵੱਡੇ ਲੀਡਰਾਂ ਦੀਆਂ ਫੋਲੋਵਰਸ ਨੇ, ਉਹਨਾਂ ਨੂੰ ਲੋੜ ਕੀ ਜਿਵੇਂ ਬੰਦਾ ਫੋਲੋਵਰ ਹੋਵੇ ਉਹ ਹੈ। ਕੁਆਲਿਟੀ ਭੇਜਣ ਵਾਸਤੇ ਤੁਹਾਨੂੰ ਕੰਪੀਟ ਕਰਾਉਣਾ ਪਏਗਾ ਓਪਨ ਫੀਲਡ ਵਿੱਚ, ਔਰ ਜੇ ਬੈਟਰ ਕਰਨਾ ਤਾਂ ਸੋਸ਼ਲ ਇਕਨੋਮਿਕ ਫੈਸਿਲਿਟੇਟ ਦੇਣਾ ਪਏਗਾ। ਮੈਂ ਫਿਰ ਕਹਿ ਰਿਹਾ, ਐਜੂਕੇਸ਼ਨ, ਹੈਲਥ ਤੇ ਰਿਸਪੈਕਟ ਦਿਓ ਵੂਮੈਨ ਨੂੰ, ਹੋਰ ਕੁਛ ਲੋੜ ਨਹੀਂ ਇਹਨੂੰ, ਉਹ ਸਭ ਤੋਂ ਤਾਕਤਵਰ ਹੈ। ਯਾਨੀ ਕਿ ਜ਼ਿੰਦਗੀ ਦੇ ਵਿੱਚ ਖੜੇ ਹੋਣ ਦਾ, ਤਾਕਤਵਰ ਹੋਣ ਦਾ ਹਾਲਾਤ ਦਿਓ, ਉਹਨਾਂ ਨੂੰ ਮੌਕਾ ਦਿਓ, ਨਾ ਕਿ ਰਿਜ਼ਰਵੇਸ਼ਨ ਨਾ ਦਿਓ। ਉਹ ਅਸੀਂ ਆਪੇ ਕਰ ਲਾਂਗੇ, ਉਹ ਬੰਦੇ ਨੂੰ ਫਿਰ ਜ਼ਿਆਦਾ ਲੈ ਜਾਏਗੀ ਜੀ। ਤਾਂ ਧੰਨਵਾਦ, ਬਹੁਤ ਸਾਰੀ ਚਰਚਾ ਹੋਈ ਹੈ ਆਪਣੀ, ਤੇ ਜਿਹੜੀਆਂ ਤੁਸੀਂ ਗੱਲਾਂ ਕਹੀਆਂ, ਉਮੀਦ ਕਰਦੇ ਹਾਂ ਕਿ ਦਰਸ਼ਕਾਂ ਤੱਕ ਪਹੁੰਚਣਗੀਆਂ ਤੇ ਉਹ ਵੀ ਇਹਨਾਂ ਸਾਰੇ ਮਸਲਿਆਂ ਉੱਤੇ ਵਿਚਾਰ ਕਰਨਗੇ, ਕਿਉਂਕਿ ਇਹ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ, ਜੇ ਕਿਤੇ ਰਿਜ਼ਰਵੇਸ਼ਨ ਦੀ ਪਾਲਿਸੀ ਬਣੀ ਹੈ, ਰਾਖਵਾਂਕਰਨ, ਇਹ ਤੁਹਾਡੇ ਵਾਸਤੇ ਬਣੀ ਹੈ। ਤੁਹਾਡੇ ਘਰੇ ਧੀਆਂ ਭੈਣਾਂ ਜਿਹੜੀਆਂ ਨੇ, ਮਾਤਾਵਾਂ ਨੇ ਸਾਡੀਆਂ, ਉਹਨਾਂ ਸਾਰਿਆਂ ਨੂੰ ਹੀ ਟਾਰਗੇਟ ਕੀਤਾ ਜਾਣਾ, ਉਹਨਾਂ ਦੇ ਉੱਤੇ ਹੀ ਇਹ ਪਾਲਿਸੀਆਂ ਲਾਗੂ ਹੋਣੀਆਂ ਨੇ ਤੇ ਫਰਕ ਸਾਡੇ ਸਾਰਿਆਂ ਤੇ ਪੈਣਾ। ਵਿਚਾਰ ਚਰਚਾ ਕਰੋ, ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਰੱਖੋ। ਬਰਾਊਜ਼ ਡੇਲੀ TV ਦੇਖਦੇ ਰਹੋ। ਧੰਨਵਾਦ ਡਾਕਟਰ ਸਾਹਿਬ, ਸ਼ੁਕਰੀਆ ਜੀ।